ਵਾਹਿਗੁਰੂ ਸਾਹਿਬ ਜੀਓ। ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਟ ਕਰ ਰਹੀਐ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ। ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝਖ ਮਾਰੀ। ਬੋਲਤ ਬੋਲਤ ਬੜਹਿ ਬਿਕਾਰਾ, ਬਿਨ ਬੋਲੇ ਕਿਆ ਕਰਹਿ ਵਿਚਾਰਾ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਪਰਮ ਸਨਮਾਨਯੋਗ ਜੁਗ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਮਾਲਕ ਦੀ ਬੜੀ ਕਿਰਪਾ ਹੋਈ ਹੈ। ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਜੁੜ ਬੈਠਣ ਦਾ ਸੁਭਾਗ ਸਮਾਂ ਮਿਲਿਆ। ਯਾਦ ਰਹੇ ਸਾਧ ਸੰਗਤ, ਇਹ ਸੰਗਤ ਵਿੱਚ ਆਣ ਕੇ ਬੈਠ ਜਾਣਾ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਇਸ ਤੋਂ ਵੀ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੇ ਇਹ ਮਿਲਿਆ ਹੋਇਆ ਸਮਾਂ ਸੰਭਾਲ ਲਿਆ। ਭਾਵ ਜਿਹੜੇ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਨਾਲ ਜੁੜ ਗਏ, ਉਹ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਗਏ। ਬੜੀ ਕਿਰਪਾ ਸਤਿਗੁਰਾਂ ਦੀ ਹੋਈ। ਰਸ ਪਿੰਨਾ ਕੀਰਤਨ ਸਰਵਣ ਕੀਤਾ ਭਾਈ ਸਾਹਿਬ ਜੀ ਹੋਰਾਂ ਪਾਸੋਂ। ਆਓ ਸਾਧ ਸੰਗਤ, ਜਿੱਥੇ ਸਤਿਗੁਰਾਂ ਦੀ ਰਹਿਮਤ ਸਦਕਾ ਪਾਵਨ ਹਜ਼ੂਰੀ 'ਚ ਜੁੜ ਬੈਠੇ ਹਾਂ, ਕੀਰਤਨ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਸਤਿਗੁਰਾਂ ਨੇ ਜੋ ਪਾਵਨ ਵਚਨ ਜਪਜੀ ਸਾਹਿਬ ਜੀ ਦੇ ਵਿੱਚ ਬਖਸ਼ਿਸ਼ ਕੀਤਾ ਹੈ ਕਿ ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਪਾਵਨ ਵਚਨਾਂ ਦੇ ਵਿੱਚ ਸਾਨੂੰ ਕੀ ਸਮਝਾਉਂਦੇ ਨੇ। ਸਾਹਿਬ ਜੀ ਕਹਿੰਦੇ, ਕਿਹੜਾ ਲਫ਼ਜ਼, ਕਿਹੜਾ ਵਚਨ ਮੈਂ ਆਪਣੀ ਜ਼ੁਬਾਨ ਤੋਂ ਬੋਲਾਂ, ਜਿਸ ਲਫ਼ਜ਼ ਨੂੰ, ਜਿਸ ਵਚਨ ਨੂੰ, ਜਿਨ੍ਹਾਂ ਬੋਲਾਂ ਨੂੰ ਸੁਣ ਕੇ ਉਹ ਮਾਲਕ ਮੈਨੂੰ ਪਿਆਰ ਕਰਨ ਲੱਗ ਪਏ। ਇਹੀ ਵਿਚਾਰ ਸਾਧ ਸੰਗਤ ਆਪ ਸਾਰਿਆਂ ਦੇ ਨਾਲ ਸਾਂਝੀ ਕਰਨੀ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਆਲਮੋਸਟ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਜਿੱਥੇ ਵੀ ਵੱਸਦੀ ਹੈ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿਣ ਵਾਲੇ ਸਿੱਖ ਜਿਹੜੇ ਬਾਣੀ ਨੂੰ ਪਿਆਰ ਕਰਦੇ ਨੇ, ਉਹ ਜ਼ਰੂਰ ਸਵੇਰ ਦੇ ਸਮੇਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹੋਣਗੇ। ਤੇ ਜਦੋਂ ਪਾਠ ਕਰੀਏ, ਕੋਸ਼ਿਸ਼ ਇਹ ਹੋਵੇ ਕਿ ਬਾਣੀ ਨੂੰ ਥੋੜ੍ਹਾ ਜਿਹਾ ਸਮਝਣ ਦਾ ਯਤਨ ਕੀਤਾ ਜਾਵੇ। ਚਾਹੇ ਕਿ ਇਹ ਬਹੁਤਿਆਂ ਦਾ ਸਵਾਲ ਹੁੰਦਾ ਹੈ ਕਿ ਬਾਣੀ ਸਮਝ ਨਹੀਂ ਪੈਂਦੀ,
ਬਾਣੀ ਪੜ੍ਹਦੇ ਜ਼ਰੂਰ ਹਾਂ ਪਰ ਸਮਝ ਨਹੀਂ ਪੈਂਦੀ, ਪਰ ਕੋਸ਼ਿਸ਼ ਕੀਤੀ ਜਾਏ ਸਾਧ ਸੰਗਤ। ਬਾਣੀ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ, ਜਿਵੇਂ ਜਿਵੇਂ ਆਪਾਂ ਬਾਣੀ ਨੂੰ ਪੜ੍ਹਾਂਗੇ ਨਾ ਤੇ ਕੋਸ਼ਿਸ਼ ਕਰਾਂਗੇ ਸਮਝਣ ਦੀ, ਹੌਲੀ ਹੌਲੀ ਕੋਸ਼ਿਸ਼ ਕਰਦੇ ਹਾਂ, ਥੋੜ੍ਹੀ ਥੋੜ੍ਹੀ ਬਾਣੀ ਜਿਹੜੀ ਹੈ ਨਾ ਉਹ ਸਮਝ 'ਚ ਪੈਣੀ ਸਟਾਰਟ ਹੋ ਜਾਂਦੀ ਹੈ। ਚਾਹੇ ਆਪਾਂ ਕਿਸੇ ਦੇ ਕੋਲ ਬਾਣੀ ਸਿੱਖਣ ਗਏ ਚਾਹੇ ਨਹੀਂ, ਪਰ ਥੋੜ੍ਹੀ ਜਿਹੀ ਬਾਣੀ ਦੀ ਨਾ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਹੌਲੀ ਹੌਲੀ ਬਾਣੀ ਪੜ੍ਹਦੇ ਆਂ। ਤੇ ਜਦੋਂ ਬਾਣੀ ਧਿਆਨ ਦੇ ਨਾਲ ਪੜ੍ਹਾਂਗੇ ਨਾ, ਖਾਸ ਕਰ ਜਪਜੀ ਸਾਹਿਬ ਦਾ ਜਦੋਂ ਆਪਾਂ ਪਾਠ ਕਰਾਂਗੇ, ਤੇ ਜਪਜੀ ਸਾਹਿਬ ਦੀਆਂ ਆਰੰਭ ਵਾਲੀਆਂ ਪੌੜੀਆਂ ਦੇ ਵਿੱਚ ਹੀ ਤੁਹਾਨੂੰ 2-3 ਕੁਐਸਚਨ ਨਜ਼ਰ ਆਉਣਗੇ। ਗੁਰੂ ਨਾਨਕ ਸਾਹਿਬ ਨੇ ਕੁਐਸਚਨ ਕੀਤੇ ਨੇ, ਤੇ ਉਹਨਾਂ ਕੁਐਸਚਨਸ ਦੇ ਆਨਸਰ ਵੀ ਗੁਰੂ ਸਾਹਿਬ ਨੇ ਨਾਲ ਹੀ ਦਿੱਤੇ ਹੋਏ ਨੇ। ਉਹਨਾਂ ਸਵਾਲਾਂ ਦੇ ਵਿੱਚੋਂ, ਉਹਨਾਂ ਕੁਐਸਚਨਸ ਦੇ ਵਿੱਚੋਂ ਇੱਕ ਕੁਐਸਚਨ ਇਹ ਵਾ ਕਿ ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਸਾਧ ਸੰਗਤ ਜਿਹੜਾ ਪਹਿਲਾ ਵਰਡ ਹੈ ਨਾ, ਇਹਦੇ ਜਿਹੜੇ ਸਪੈਲਿੰਗਸ ਨੇ, ਜੇਕਰ ਤੁਸੀਂ ਦੇਖਦੇ ਪਏ ਹੋ ਸਕਰੀਨ ਤੇ, ਤਾਂ ਥੋੜ੍ਹਾ ਜਿਹਾ ਧਿਆਨ ਦੇ ਲਈਏ ਇਹਦੇ ਪ੍ਰੋਨਾਂਸੀਏਸ਼ਨ ਦੇ ਉੱਤੇ, ਕਿਉਂਕਿ ਜ਼ਿਆਦਾਤਰ ਅਸੀਂ ਬੋਲ ਜਾਂਦੇ ਹਾਂ ਮੂੰਹੋਂ ਕੇ ਬੋਲਣ ਬੋਲੀਐ। ਮੂੰਹੋਂ ਅਸਲ 'ਚ ਇੱਥੇ ਮਾਤਰਾ ਜਿਹੜੀ ਲੱਗੀ ਹੋਈ ਹੈ ਉਹ ਹੋੜਾ ਨਹੀਂ ਹੈ, ਕਨੌੜਾ ਹੈ। ਤੇ ਮਾਤਰਾ ਦੇ ਪ੍ਰੋਨਾਂਸੀਏਸ਼ਨ ਦੇ ਵਿੱਚ ਵੀ ਥੋੜ੍ਹਾ ਫਰਕ ਹੈ। ਜੇ ਤੇ ਹੋੜਾ ਬੋਲਾਂਗੇ ਫਿਰ ਹੋਏਗਾ ਮੂੰਹੋਂ, ਪਰ ਕਨੌੜਾ ਹੈ, ਥੋੜ੍ਹਾ ਜਿਹਾ ਆਪਣੇ ਮੂੰਹ ਨੂੰ ਵੀ ਓਪਨ ਕਰਨਾ ਪਏਗਾ। ਮੂੰਹੋਂ ਕਨੌੜੇ ਦੀ ਆਵਾਜ਼ ਆਏਗੀ। ਮੂੰਹੋਂ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ। ਉਹ ਕਿਹੜਾ ਲਫ਼ਜ਼ ਮੈਂ ਬੋਲਾਂ ਆਪਣੀ ਜ਼ੁਬਾਨ ਤੋਂ ਜਿਸ ਨੂੰ ਸੁਣ ਕੇ ਉਹ ਮਾਲਕ ਮੇਰੇ ਨਾਲ ਪਿਆਰ ਕਰਨ ਲੱਗ ਪਏ। ਇਹਦਾ ਮਤਲਬ ਇਹ ਹੋਇਆ ਕਿ ਸਾਡੀ ਜਿਹੜੀ ਸ਼ਬਦਾਵਲੀ ਹੈ, ਜਿਹੜੇ ਸਾਡੇ ਬੋਲ ਨੇ, ਉਹ ਬੋਲ ਬਹੁਤ ਮੈਟਰ ਕਰਦੇ ਨੇ। ਜਦੋਂ ਅਸੀਂ ਬੋਲਦੇ ਹਾਂ, ਕੀ ਬੋਲਦੇ ਹਾਂ, ਕਿਸ ਨੂੰ ਬੋਲ ਰਹੇ ਹਾਂ, ਇਹਦਾ ਬੜਾ ਅਸਰ ਪੈਂਦਾ ਹੈ ਸਾਧ ਸੰਗਤ। ਜੇ ਕਿਸੇ ਬੱਚੇ ਦੇ ਨਾਲ ਤੁਸੀਂ ਪਿਆਰ ਦੇ ਨਾਲ ਗੱਲ ਕਰੋਗੇ ਤੇ ਉਹ ਬੱਚਾ ਤੁਹਾਡੇ ਨਾਲ ਵੀ ਅੱਗੋਂ ਪਿਆਰ ਕਰੇਗਾ। ਬੱਚੇ ਨੂੰ ਤੁਸੀਂ ਕੌੜੇ ਲਫ਼ਜ਼ ਬੋਲੋਗੇ, ਗੁੱਸੇ ਦੇ ਵਿੱਚ ਬੋਲੋਗੇ, ਬੱਚਾ ਤੁਹਾਡੇ ਕੋਲ ਨਹੀਂ ਆਏਗਾ, ਦੌੜੇਗਾ। ਉਹ ਸਮਝ ਜਾਏਗਾ ਕਿ ਇਹ ਮੈਨੂੰ ਝਿੜਕਦਾ ਪਿਆ ਹੈ। ਉਹ ਉਸ ਟਾਈਮ ਤੇ ਤਾਂ ਕਿ ਨੈਕਸਟ ਟਾਈਮ ਵੀ ਜਦੋਂ ਉਹ ਤੁਹਾਨੂੰ ਮਿਲੇਗਾ ਤੇ ਤੁਹਾਡੇ ਕੋਲ ਆਉਣ ਤੋਂ ਉਹ ਡਰੇਗਾ, ਕਿਉਂਕਿ ਉਹਨੂੰ ਲੱਗੇਗਾ ਕਿ ਇਹਨਾਂ ਲਾਸਟ ਟਾਈਮ ਮੈਨੂੰ ਝਿੜਕਿਆ ਸੀ, ਹੁਣ ਵੀ ਸ਼ਾਇਦ ਝਿੜਕਣਗੇ। ਸੋ ਇਹਦਾ ਮਤਲਬ ਹੈ ਕਿ ਲਫ਼ਜ਼ਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬੜਾ ਖਾਸ ਸਥਾਨ ਹੈ, ਬੜੀ ਖਾਸ ਅਹਿਮੀਅਤ ਹੈ ਜੀਵਨ ਦੇ ਵਿੱਚ। ਕੀ ਬੋਲਣਾ ਚਾਹੀਦਾ ਹੈ, ਕਦੋਂ ਬੋਲਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਇਨਸਾਨ ਜਿਹੜਾ ਹੈ ਨਾ, ਇੱਕ ਲਫ਼ਜ਼ ਕਰਕੇ ਆਪਣੇ ਜੀਵਨ ਦੀ ਬੜੀ ਗਹਿਰੀ ਦੋਸਤੀ, ਜਿਸ ਦੋਸਤ ਦੇ ਨਾਲ ਸੀ ਕਈ ਸਾਲਾਂ ਤੋਂ ਇਕੱਠਿਆਂ ਉਹਨਾਂ ਨੇ ਉੱਠਣਾ ਬੈਠਣਾ ਖਾਣਾ ਪੀਣਾ, ਉਹ ਕਈ ਸਾਲਾਂ ਦੀ ਦੋਸਤੀ ਜਿਹੜੀ ਹੈ ਨਾ, ਇੱਕ ਲਫ਼ਜ਼ ਦੇ ਕਰਕੇ ਟੁੱਟ ਸਕਦੀ ਹੈ। ਇੱਕ ਐਸਾ ਲਫ਼ਜ਼, ਇੱਕ ਐਸਾ ਵਰਡ ਜ਼ੁਬਾਨ ਤੋਂ ਬੋਲਿਆ ਗਿਆ, ਉਸ ਇੱਕ ਵਰਡ ਦੇ ਕਰਕੇ ਸਾਲਾਂ ਦੀ ਜਿਹੜੀ ਦੋਸਤੀ ਸੀ ਉਹ ਟੁੱਟ ਸਕਦੀ ਹੈ ਤੇ ਟੁੱਟ ਜਾਂਦੀ ਵੀ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਪਾਤਸ਼ਾਹ ਜੀ ਕਹਿੰਦੇ, ਟੂਟ ਪ੍ਰੀਤ ਗਈ ਬੁਰ ਬੋਲ। ਇੱਕ ਮਾੜਾ ਲਫ਼ਜ਼ ਕੀ ਜ਼ੁਬਾਨ ਤੋਂ ਨਿਕਲਿਆ, ਉਸ ਇੱਕ ਲਫ਼ਜ਼ ਨੇ ਸਾਲਾਂ ਦੀ ਬਣੀ ਹੋਈ ਦੋਸਤੀ ਨੂੰ, ਫਰੈਂਡਸ਼ਿਪ ਨੂੰ ਇੱਕ ਪਲ ਦੇ ਵਿੱਚ ਤੋੜ ਕੇ ਰੱਖ ਦਿੱਤਾ। ਇਹਦਾ ਭਾਵ ਹੈ ਕਿ ਲਫ਼ਜ਼ ਬੋਲ ਬੜੀ ਤਾਕਤ ਰੱਖਦੇ ਨੇ। ਤੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਨਾ ਕਿ ਇਹ ਜਿਹੜੀ ਜ਼ੁਬਾਨ ਹੈ ਨਾ ਰੱਬ ਨੇ ਦਿੱਤੀ ਹੋਈ, ਇਸ ਜ਼ੁਬਾਨ ਨੂੰ ਹਮੇਸ਼ਾ ਸੰਭਾਲ ਕੇ ਯੂਜ਼ ਕਰਨਾ ਚਾਹੀਦਾ ਹੈ। ਜੇਕਰ ਤਾਂ ਇਹਦੀ ਸੰਭਾਲ ਦੇ ਨਾਲ ਵਰਤੋਂ ਹੋਵੇ, ਫਿਰ ਤਾਂ ਇਹ ਕਈ ਕੰਮ ਸਵਾਰਦੀ ਵੀ ਹੈ, ਕਈਆਂ ਦੇ ਨਾਲ ਸਾਡਾ ਸੰਬੰਧ ਜੁੜਦਾ ਵੀ ਹੈ। ਪਰ ਜੇਕਰ ਇਹ ਸੰਭਾਲ ਕੇ ਨਾ ਵਰਤੀ ਜਾਵੇ ਤਾਂ ਇਹ ਕਿਰਪਾਨ ਦਾ, ਸ਼ਮਸ਼ੀਰ ਦਾ ਕੰਮ ਵੀ ਕਰਦੀ ਹੈ। ਇਹ ਕਈਆਂ ਨੂੰ ਪਾੜ ਕੇ ਰੱਖ ਦਿੰਦੀ ਹੈ, ਤੋੜ ਕੇ ਰੱਖ ਦਿੰਦੀ ਹੈ। ਸੋ ਸਤਿਗੁਰੂ ਜੀ ਕਹਿੰਦੇ, ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਬੋਲਣਾ ਕੀ ਹੈ, ਕਿਸ ਤਰ੍ਹਾਂ ਦੇ ਬੋਲ ਤੇਰੀ ਜ਼ੁਬਾਨ ਤੋਂ ਨਿਕਲਣੇ ਚਾਹੀਦੇ ਨੇ। ਕੀ ਬੋਲੇ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਹਰ ਕੋਈ ਤੈਨੂੰ ਪਿਆਰ ਕਰਨਾ ਸ਼ੁਰੂ ਕਰ ਦੇ, ਹਰ ਕੋਈ ਤੇਰੇ ਕੋਲ ਆਣ ਕੇ ਬੈਠਣਾ ਪਸੰਦ ਕਰੇ। ਕੈਸੇ ਲਫ਼ਜ਼ ਤੇਰੀ ਜ਼ੁਬਾਨ ਤੋਂ ਨਿਕਲਣੇ ਚਾਹੀਦੇ ਨੇ। ਸਤਿਗੁਰੂ ਜੀ ਕਹਿੰਦੇ, ਜਦੋਂ ਵੀ ਬੋਲੇ ਨਾ ਤੇ ਖਿਆਲ ਰੱਖੀ, ਇਸ ਜ਼ੁਬਾਨ ਤੋਂ ਹਮੇਸ਼ਾ ਮਿੱਠੇ ਹੀ ਲਫ਼ਜ਼ ਨਿਕਲਣੇ ਚਾਹੀਦੇ ਨੇ, ਕੌੜਾ ਨਹੀਂ। ਆਸਾ ਦੀ ਵਾਰ ਦੇ ਵਿੱਚ ਆਪਾਂ ਹੁਣੇ ਵਚਨ ਸਰਵਣ ਕੀਤੇ ਨਾ ਗੁਰੂ ਨਾਨਕ ਸਾਹਿਬ ਜੀ ਦਾ ਹੀ, ਕਹਿੰਦੇ ਜਿਹੜਾ ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ। ਜਿਹੜਾ ਫਿੱਕਾ ਬੋਲਦਾ ਨਾ ਜ਼ੁਬਾਨ ਤੋਂ,
ਜਿਸ ਦੀ ਜ਼ੁਬਾਨ ਤੋਂ ਬੜੇ ਕੌੜੇ ਲਫ਼ਜ਼, ਫਿੱਕੇ ਲਫ਼ਜ਼ ਨਿਕਲਦੇ ਨੇ, ਰੁੱਖੇ ਲਫ਼ਜ਼ ਨਿਕਲਦੇ ਨੇ, ਸਤਿਗੁਰੂ ਜੀ ਕਹਿੰਦੇ ਇੱਕ ਤਾਂ ਉਹ ਹੈ ਮੂਰਖ, ਦੂਜਾ ਉਹਨਾਂ ਲਫ਼ਜ਼ਾਂ ਦੇ ਕਰਕੇ, ਉਹਨਾਂ ਵਰਡਸ ਦੇ ਕਰਕੇ ਉਸ ਇਨਸਾਨ ਨੂੰ ਸਜ਼ਾ ਵੀ ਮਿਲ ਸਕਦੀ ਹੈ। ਉਹ ਸਜ਼ਾ ਦਾ ਭਾਗੀਦਾਰ ਵੀ ਹੋ ਸਕਦਾ ਜੇ ਜ਼ੁਬਾਨ ਤੋਂ ਮਾੜੇ ਕੌੜੇ ਲਫ਼ਜ਼ ਨਿਕਲਦੇ ਪਏ ਨੇ। ਮੇਰੇ ਖਿਆਲ 'ਚ ਇਸੇ ਕਰਕੇ ਹੀ ਨਾ, ਜਦੋਂ ਬਾਬਾ ਫਰੀਦ ਜੀ ਨੂੰ ਕਿਸੇ ਨੇ ਪੁੱਛਿਆ ਕਿ ਬਾਬਾ ਫਰੀਦ ਜੀ ਦੱਸੋ ਕਿ ਉਹ ਕਿਹੜੇ ਗੁਣ ਧਾਰਨ ਕੀਤੇ ਜਾਣ ਜੀਵਨ ਦੇ ਵਿੱਚ, ਜਿਨ੍ਹਾਂ ਗੁਣਾਂ ਦੇ ਕਰਕੇ ਉਸ ਮਾਲਕ ਨੂੰ ਖੁਸ਼ ਕੀਤਾ ਜਾ ਸਕਦਾ ਹੈ। ਉਹਨਾਂ ਨੇ ਐਗਜ਼ੈਂਪਲ ਵੈਸੇ ਸੰਸਾਰਿਕ ਲਈ ਹੈ, ਜਾਂ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਵੀ ਸਮਝ ਸਕਦੇ ਹਾਂ ਕਿ ਇੱਕ ਸੁਹਾਗਣ ਔਰਤ, ਇੱਕ ਪਤੀ ਵਾਲੀ ਔਰਤ, ਉਹ ਬਾਬਾ ਫਰੀਦ ਜੀ ਨੂੰ ਸਵਾਲ ਪਈ ਕਰਦੀ ਹੈ। ਕਹਿੰਦੀ ਬਾਬਾ ਜੀ ਮੇਰਾ ਪਤੀ ਜਿਹੜਾ ਹੈ ਮੇਰੇ ਤੇ ਦੂਰ ਜਾ ਚੁੱਕਾ ਹੈ, ਕਿਰਪਾ ਕਰਕੇ ਦੱਸੋ ਉਹ ਮੇਰੇ ਕਲੋਸ ਕਿਵੇਂ ਆ ਸਕਦਾ ਹੈ, ਮੇਰੇ ਨਾਲ ਉਹਦਾ ਪਿਆਰ ਕਿਵੇਂ ਬਣ ਸਕਦਾ ਹੈ। ਤੁਸੀਂ ਮੈਨੂੰ ਕੋਈ ਗੁਣ ਦੱਸੋ ਜਿਹਦੇ ਨਾਲ ਮੈਂ ਆਪਣੇ ਪਤੀ ਨੂੰ ਮਨਾ ਸਕਾਂ ਜਾਂ ਆਪਣੇ ਪਤੀ ਦਾ ਪਿਆਰ ਹਾਸਲ ਕਰ ਸਕਾਂ। ਤੇ ਬਾਬਾ ਫਰੀਦ ਜੀ ਨੇ ਫਿਰ 3 ਗੁਣ ਦੱਸੇ ਸਾਧ ਸੰਗਤ, ਤੇ ਉਹਨਾਂ 3 ਗੁਣਾਂ ਦੇ ਵਿੱਚ ਨਾ ਇੱਕ ਗੁਣ ਆ ਵੀ ਬਾਬਾ ਫਰੀਦ ਜੀ ਨੇ ਉਸ ਬੀਬੀ ਨੂੰ, ਉਸ ਔਰਤ ਨੂੰ ਸਮਝਾਇਆ। ਪਤਾ ਕੀ ਕਿਹਾ? ਸਵਾਲ ਕੀਤਾ ਉਸ ਔਰਤ ਨੇ, ਕਹਿੰਦੇ ਕਿਹੜੇ 3 ਗੁਣ, ਕਿਹੜੇ ਗੁਣ ਧਾਰਨ ਕਰਾਂ? ਤੇ ਬਾਬਾ ਫਰੀਦ ਜੀ ਕਹਿੰਦੇ ਨਿਵਣ ਸੋ ਅੱਖਰ, ਖਵਣ ਗੁਣ, ਜਿਹਬਾ ਮਣੀਆਂ ਮੰਤ। ਆ 3 ਗੁਣ ਨੇ। ਨਿਵਣ ਸੋ ਅੱਖਰ, ਨਿਵਣ ਦਾ ਮਤਲਬ ਹੈ ਸਾਧ ਸੰਗਤ ਇੱਥੇ ਨਿਮਰਤਾ ਧਾਰਨ ਕਰ ਲੈਣੀ, ਹਿਊਮਿਲਿਟੀ ਧਾਰਨ ਕਰ ਲੈਣੀ। ਖਵਣ ਗੁਣ ਦਾ ਮਤਲਬ ਹੈ ਜੀ ਸਹਾਰਨਾ, ਐਸਾ ਗੁਣ ਜੀਵਨ ਦੇ ਵਿੱਚ ਧਾਰਨ ਕਰ ਲੈਣਾ ਜਿਹਨੂੰ ਕਹਿੰਦੇ ਨੇ ਬਰਦਾਸ਼ਤ ਕਰਨਾ, ਟੋਲਰੈਂਸ ਜੀਵਨ ਦੇ ਵਿੱਚ ਆ ਜਾਣਾ। ਤੇ ਤੀਜਾ ਗੁਣ ਬਾਬਾ ਫਰੀਦ ਜੀ ਨੇ ਕਿਹਾ, ਕਹਿੰਦੇ ਜੇਕਰ ਤੇਰੇ ਜੀਵਨ ਦੇ ਵਿੱਚ ਤੂੰ ਨਿਮਰਤਾ ਵੀ ਧਾਰਨ ਕੀਤੀ ਹੋਈ ਹੈ, ਤੇਰੇ ਅੰਦਰ ਬਰਦਾਸ਼ਤ ਕਰਨ ਦੀ ਤਾਕਤ ਵੀ ਹੈ, ਇਹ ਗੁਣ ਵੀ ਤੂੰ ਧਾਰਨ ਕੀਤਾ ਹੋਇਆ ਹੈ, ਪਰ ਜੇ ਯਾਦ ਰੱਖੀ ਤੇਰੀ ਜ਼ੁਬਾਨ ਮਿੱਠੀ ਨਹੀਂ ਹੈ ਤਾਂ ਪਹਿਲੇ ਜਿਹੜੇ 2 ਗੁਣ ਨੇ ਨਾ ਉਹ ਵੀ ਵੇਸਟ ਹੋ ਜਾਣਗੇ, ਉਹਨਾਂ ਦੀ ਵੀ ਕੋਈ ਬਹੁਤੀ ਵੈਲਿਊ ਤੇਰੀ ਜੀਵਨ ਦੇ ਵਿੱਚ ਨਹੀਂ ਰਹੇਗੀ ਜੇਕਰ ਤੇਰੀ ਜ਼ੁਬਾਨ ਮਿੱਠੀ ਨਹੀਂ ਹੈ। ਤੇ ਯਾਦ ਰੱਖੀ ਜੇਕਰ ਤੂੰ ਮਾਲਕ ਦੀ, ਆਪਣੇ ਪਤੀ ਦੀ ਖੁਸ਼ੀ ਲੈਣੀ ਹੈ ਤੇ ਫਿਰ ਤੈਨੂੰ ਆਪਣੀ ਜ਼ੁਬਾਨ ਨੂੰ ਜਿਹਬਾ ਮਣੀਆਂ ਮੰਤ, ਮਣੀਆਂ ਮੰਤ ਦਾ ਮਤਲਬ ਹੈ ਕਿ ਇਸ ਜ਼ੁਬਾਨ ਤੋਂ ਤੂੰ ਮਿੱਠੇ ਬੋਲ ਬੋਲ। ਤੇ ਜਦੋਂ ਮਿੱਠੇ ਬੋਲ ਬੋਲੇਂਗੀ, ਤੇਰੇ ਅੰਦਰ ਨਿਮਰਤਾ ਹੋਏਗੀ, ਤੇਰੇ ਅੰਦਰ ਸਹਾਰਨ ਵਾਲਾ, ਬਰਦਾਸ਼ਤ ਕਰਨ ਵਾਲਾ ਗੁਣ ਹੋਏਗਾ, ਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਤੇਰਾ ਪਤੀ ਤੇਰੇ ਤੇ ਖੁਸ਼ ਹੋ ਜਾਏਗਾ। ਤੇ ਵਾਕਈ ਸਾਧ ਸੰਗਤ ਇਹ 3 ਗੁਣ ਹੀ ਤਾਂ ਜੀਵਨ ਦੇ ਵਿੱਚ ਧਾਰਨ ਕਰਨੇ ਨੇ, ਤਾਂ ਹੀ ਤੇ ਇਸ ਮਾਲਕ ਦੀ ਖੁਸ਼ੀ ਮਿਲ ਜਾਏਗੀ ਨਾ। ਪਹਿਲੇ 2 ਗੁਣ ਹੋਣ, ਤੀਜਾ ਨਾ ਹੋਵੇ, ਗੱਲ ਨਹੀਂ ਜੇ ਬਣਨੀ, ਕਮੀ ਰਹਿ ਜਾਏਗੀ। ਬਾਬਾ ਫਰੀਦ ਜੀ ਦਾ ਹੀ ਬਚਨ ਹੈ, ਤੁਹਾਨੂੰ ਸ਼ਾਇਦ ਉਹ ਸ਼ਬਦ ਯਾਦ ਵੀ ਹੋਏਗਾ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਵਾਲਾ। ਉਸ ਸ਼ਬਦ ਦੀਆਂ ਜਿਹੜੀਆਂ ਆਰੰਭ ਵਾਲੀਆਂ ਪੰਕਤੀਆਂ ਨੇ, 2nd ਲਾਈਨ ਜੇਕਰ ਆਪਾਂ ਉਸ ਸ਼ਬਦ ਦੀ ਪੜ੍ਹ ਕੇ ਦੇਖੀਏ ਤੇ ਉੱਥੇ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਮੈਂ ਗੁਣ ਤੇ ਕਈ ਧਾਰਨ ਕੀਤੇ ਪਰ ਮਾਲਕ ਦੇ ਨਾਲ ਅਜੇ ਵੀ ਮੇਲ ਨਹੀਂ ਹੋਇਆ। ਉਹਦਾ ਰੀਜ਼ਨ ਕੀ ਰਹਿ ਗਿਆ ਕਿ ਆ ਜਿਹੜਾ ਤੀਜਾ ਗੁਣ ਬਾਬਾ ਫਰੀਦ ਜੀ ਦੱਸਦੇ ਪਏ ਨੇ, ਇਹ ਗੁਣ ਨਹੀਂ ਜੀਵਨ ਚ ਆਇਆ। ਜ਼ੁਬਾਨ ਮਿੱਠੀ ਨਾ ਹੋ ਪਾਈ, ਜ਼ੁਬਾਨ ਕੌੜੀ ਰਹਿ ਗਈ, ਜ਼ੁਬਾਨ ਤੋਂ ਕੌੜੇ ਹੀ ਬਚਨ ਨਿਕਲਦੇ ਰਹੇ। ਪਤੀ ਨੇ ਕੋਈ ਗੱਲ ਕਹੀ, ਗੁੱਸੇ ਦੇ ਵਿੱਚ ਉਹਦਾ ਅੱਗੋਂ ਜਵਾਬ ਦਿੱਤਾ, ਤੇ ਜਦੋਂ ਗੁੱਸੇ ਦੇ ਵਿੱਚ ਪਤੀ ਦੇ ਨਾਲ ਬੋਲਿਆ ਜਾਏਗਾ, ਉੱਥੇ ਪਿਆਰ ਨਹੀਂ, ਉੱਥੇ ਲੜਾਈ ਹੁੰਦੀ ਹੈ। ਮੈਂ ਇੱਕ ਲਫ਼ਜ਼ ਕੌੜਾ ਬੋਲਿਆ, ਅੱਗੋਂ ਪਤੀ ਵੀ ਬੋਲੇਗਾ ਤੇ ਉਹ ਲੜਾਈ ਵਧੇਗੀ। ਤੇ ਜਦੋਂ ਉਹੀ ਕੌੜੇ ਲਫ਼ਜ਼ ਦੀ ਜਗ੍ਹਾ ਤੇ ਜੇਕਰ ਮਿੱਠਾ ਬੋਲਿਆ ਹੁੰਦਾ, ਨਾ ਤਾਂ ਘਰ ਦੇ ਵਿੱਚ ਕੋਈ ਲੜਾਈ ਰਹਿਣੀ ਸੀ ਤੇ ਪਤੀ ਦਾ ਪਿਆਰ ਵੀ ਨਸੀਬ ਹੋ ਜਾਣਾ ਸੀ। ਬਾਬਾ ਫਰੀਦ ਜੀ ਕਹਿੰਦੇ ਮੁਝ ਅਵਗਣ ਸ਼ਹ ਨਾ ਹੀ ਦੋਸ, ਮਾਲਕ ਦੇ ਵਿੱਚ ਕਮੀ ਕੋਈ ਨਹੀਂ ਹੈ, ਕਮੀ ਕਿਹਦੇ ਵਿੱਚ ਹੈ? ਮੇਰੇ 'ਚ ਹੈ, ਕਿਉਂਕਿ ਮੈਂ ਇਹ ਗੁਣ ਹੀ ਨਹੀਂ ਧਾਰਨ ਕੀਤਾ ਮਿੱਠਾ ਬੋਲਣ ਵਾਲਾ। ਤੇ ਇਸੇ ਕਰਕੇ ਤਾਂ ਸਤਿਗੁਰੂ ਜੀ ਵਾਰ-ਵਾਰ ਸਾਨੂੰ ਕਹਿੰਦੇ ਨੇ, ਕੀ ਕਹਿੰਦੇ ਨੇ? ਕਹਿੰਦੇ ਜੇਕਰ ਤੂੰ ਚਾਹੁੰਦਾ ਹੈ ਕਿ ਤੇਰੀ ਜ਼ੁਬਾਨ ਤੇ ਮਿਠਾਸ ਆਵੇ, ਮਿੱਠਾਪਣ ਆ ਜਾਏ, ਤੇਰੇ ਲਫ਼ਜ਼ਾਂ ਦੇ ਵਿੱਚ ਮਿਠਾਸ ਆ ਜਾਏ, ਤੇ ਉਹਦੇ ਵਾਸਤੇ ਕਰਨਾ ਕੀ ਪਏਗਾ? ਸਾਹਿਬ ਜੀ ਕਹਿੰਦੇ ਮੀਠੇ ਹਰ ਗੁਣ ਗਾਓ ਜਿੰਦੂ ਤੂੰ, ਮੀਠੇ ਹਰ ਗੁਣ ਗਾਓ। ਜੇ ਜ਼ੁਬਾਨ ਦੇ ਵਿੱਚ ਮਿਠਾਸ ਚਾਹੀਦੀ ਹੈ ਤੇ ਫਿਰ ਤੈਨੂੰ ਉਸ ਮਿੱਠੇ ਪ੍ਰਮਾਤਮਾ ਦੇ ਗੁਣ ਗਾਉਣੇ ਪੈਣਗੇ। ਇੱਕ ਹੋਰ ਸ਼ਲੋਕ ਬਾਬਾ ਫਰੀਦ ਜੀ ਦਾ ਆਪਾਂ ਸਾਂਝਾ ਕਰ ਲਈਏ। ਹੁਣ ਗੁਣ ਗਾਉਣ ਦੇ ਨਾਲ ਮਿਠਾਸ ਕਿਵੇਂ ਆਏਗੀ? ਉਹਦਾ ਰੀਜ਼ਨ ਬਾਬਾ ਫਰੀਦ ਜੀ ਨੇ ਦੱਸਿਆ ਹੈ। ਬਾਬਾ ਫਰੀਦ ਜੀ ਕਹਿੰਦੇ ਇਸ ਦੁਨੀਆ ਦੇ ਵਿੱਚ ਨਾ ਕੁਝ ਪਦਾਰਥ
ਖਾਣ ਵਾਲੇ ਜਿਹੜੇ ਨੇ ਉਹ ਮਿੱਠੇ ਮੰਨੇ ਗਏ ਨੇ, ਤੇ ਹੈ ਵੀ ਮਿੱਠੇ ਨੇ ਵੈਸੇ। ਉਹ ਕਿਹੜੇ ਕਿਹੜੇ ਨੇ ਜੀ? ਕਹਿੰਦੇ ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਆ ਜਿਹੜੇ ਸਾਰੇ ਪਦਾਰਥ ਮਿੱਠੇ ਨੇ ਜੀ। ਸ਼ੱਕਰ ਵੀ, ਜਿਹਨੂੰ ਵੈਸੇ ਸ਼ੱਕਰ ਤੇ ਸ਼ੂਗਰ ਦੇ ਨਾਲੋਂ ਸ਼ੱਕਰ ਦੇ ਵਿੱਚ ਫਰਕ ਹੈ ਸਾਧ ਸੰਗਤ। ਆਪਾਂ ਸ਼ੱਕਰ ਨੂੰ ਵੀ ਸ਼ੂਗਰ ਹੀ ਕਹਿ ਦਿੰਦੇ ਅੰਗਰੇਜ਼ੀ 'ਚ, ਪਰ ਅਸਲ ਦੇ ਵਿੱਚ ਸ਼ੱਕਰ ਜਿਹੜੀ ਨਾ ਉਹ ਗੁੜ ਤੋਂ ਬਣਦੀ ਹੈ। ਗੁੜ ਦਾ ਇੱਕ ਰੂਪ ਹੁੰਦੀ ਹੈ ਸ਼ੱਕਰ, ਜਿਹਨੂੰ ਬਰਾਊਨ ਸ਼ੂਗਰ ਵੈਸੇ ਕਹਿ ਦਿੰਦੇ ਨੇ। ਬਾਬਾ ਫਰੀਦ ਜੀ ਕਹਿੰਦੇ ਸ਼ੱਕਰ, ਖੰਡ, ਆ ਖੰਡ ਸ਼ੂਗਰ ਹੈ, ਸ਼ੱਕਰ, ਖੰਡ, ਨਿਵਾਤ, ਨਿਵਾਤ ਦਾ ਮਤਲਬ ਹੁੰਦਾ ਹੈ ਮਿਸ਼ਰੀ, ਰੌਕ ਸ਼ੂਗਰ ਜਿਹਨੂੰ ਬੋਲਦੇ ਨੇ ਜੀ। ਨਿਵਾਤ, ਗੁੜ, ਮਾਖਿਓ, ਮਾਖਿਓ ਦਾ ਮਤਲਬ ਹੁੰਦਾ ਹੈ ਸ਼ਹਿਦ, ਮਾਝਾ ਦੁੱਧ, ਮੱਝ ਦਾ ਦੁੱਧ, ਦੁੱਧ ਦੇ ਵਿੱਚ ਵੀ ਨੈਚੁਰਲ ਮਿਠਾਸ ਹੈ। ਇਹ ਸਾਰੀਆਂ ਚੀਜ਼ਾਂ ਬਾਬਾ ਫਰੀਦ ਜੀ ਕਹਿੰਦੇ ਮਿੱਠੀਆਂ ਨੇ, ਪਰ ਇਹਨਾਂ ਮਿੱਠੀਆਂ ਚੀਜ਼ਾਂ ਦੇ ਨਾਲੋਂ ਵੀ ਇੱਕ ਬਹੁਤ ਮਿੱਠੀ ਵਸਤੂ ਹੋਰ ਹੈ। ਖਿਆਲ ਰਹੇ, ਅੱਜ ਦਾ ਜਿਹੜਾ ਸਮਾਂ ਟਾਈਮ ਚੱਲਦਾ ਪਿਆ ਨਾ ਸਾਧ ਸੰਗਤ, ਇਹਦੇ ਵਿੱਚ ਕੀ ਹੈ ਕਿ ਅਸੀਂ ਮਿੱਠੇ ਤੋਂ ਬੜਾ ਪਰਹੇਜ਼ ਕਰਦੇ ਹਾਂ। ਰੀਜ਼ਨ ਕੀ ਹੈ ਕਿ ਡਰ ਹੁੰਦਾ ਹੈ ਮਨ ਦੇ ਵਿੱਚ ਕਿ ਕਿਤੇ ਡਾਇਬਟੀਜ਼ ਨਾ ਹੋ ਜਾਏ, ਡਰ ਹੈ ਨਾ ਜੀ। ਪਰ ਬਾਬਾ ਫਰੀਦ ਜੀ ਕਹਿੰਦੇ ਕਿ ਜਦੋਂ ਤੂੰ ਇਹ ਜਿਹੜੀ ਮਿੱਠੀ ਚੀਜ਼ ਜਿਹਦਾ ਜ਼ਿਕਰ ਕਰ ਰਹੇ ਨੇ ਫਰੀਦ ਸਾਹਿਬ, ਕਹਿੰਦੇ ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਕਹਿੰਦੇ ਹੇ ਮਾਲਕ, ਤੇਰੇ ਨਾਮ ਦੇ ਵਿੱਚ ਜਿੰਨੀ ਮਿਠਾਸ ਹੈ ਨਾ, ਉਸ ਮਿਠਾਸ ਦੀ ਬਰਾਬਰੀ ਇਹ ਮਿੱਠੇ ਪਦਾਰਥ ਨਹੀਂ ਕਰ ਸਕਦੇ। ਤੇਰੇ ਨਾਮ ਦੇ ਵਿੱਚ ਜਿਹੜੀ ਮਿਠਾਸ ਹੈ, ਇਹਨਾਂ ਦੇ ਨਾਲੋਂ ਕਿਤੇ ਵੱਧ ਕੇ ਹੈ। ਤੇ ਜਦੋਂ ਉਸ ਮਿੱਠੇ ਨਾਮ ਦੇ ਨਾਲ ਜੁੜਿਆ ਜਾਏਗਾ, ਉਹ ਮਿੱਠੇ ਗੁਣ ਗਾਏ ਜਾਣਗੇ, ਤੇ ਫਿਰ ਸਾਧ ਸੰਗਤ ਖਿਆਲ ਰਹੇ ਡਾਇਬਟੀਜ਼ ਨਹੀਂ ਹੋਏਗੀ, ਨਹੀਂ ਹੋਏਗੀ। ਖੰਡ ਖਾਵਾਂਗੇ, ਹੋਰ ਮਿੱਠੀਆਂ ਚੀਜ਼ਾਂ ਖਾਵਾਂਗੇ, ਹੋ ਸਕਦੇ, ਚਾਂਸਸ ਹੈ, ਪਰ ਜਦੋਂ ਨਾਮ ਰੂਪੀ ਮਿੱਠਾ ਆਪਣੇ ਜੀਵਨ ਦੇ ਵਿੱਚ ਆਏਗਾ ਨਾ, ਤੇ ਉਹਦੇ ਨਾਲ ਸਾਡਾ ਸਾਰਾ ਸਰੀਰ ਮਿੱਠਾ ਹੋ ਜਾਏਗਾ। ਫਿਰ ਜ਼ੁਬਾਨ ਤੋਂ ਕੀ ਨਿਕਲੇਗਾ ਜੀ? ਮਿੱਠੇ ਬੋਲ, ਕੌੜਾ ਬੋਲ ਨਿਕਲਣਾ ਹੀ ਨਹੀਂ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨਾ ਤਲਵੰਡੀ ਦੇ ਵਿੱਚ ਬੈਠੇ ਹੋਏ ਨੇ ਜੀ, ਕਿਸੇ ਦਰਖਤ ਦੇ ਥੱਲੇ ਲੇਟੇ ਪਏ ਨੇ ਜੀ, ਆਰਾਮ ਪਏ ਕਰਦੇ ਨੇ। ਆਰਾਮ ਕੀ ਗੁਰੂ ਨਾਨਕ ਸਾਹਿਬ ਨੇ ਵੈਸੇ ਕਰਨਾ ਜੀ, ਦਿਨ ਸਮੇਂ। ਗੁਰੂ ਨਾਨਕ ਸਾਹਿਬ ਤਾਂ ਰਾਤ ਨੂੰ ਬਹੁਤ ਘੱਟ ਸੋਇਆ ਕਰਦੇ ਸੀ, ਸੌਂਦੇ ਸੀ ਬਹੁਤ ਘੱਟ। ਭਾਈ ਵੀਰ ਸਿੰਘ ਨੇ ਕਿਹਾ, ਕਹਿੰਦੇ ਇੱਕ ਵਾਰ ਕੀ ਹੋਇਆ ਕਿ ਅੱਧੀ ਰਾਤ ਦਾ ਸਮਾਂ, ਤੇ ਮਾਤਾ ਤ੍ਰਿਪਤਾ ਜੀ ਜਾਗੇ। ਉਹਨਾਂ ਦੇ ਕੰਨਾਂ ਦੇ ਵਿੱਚ ਕੋਈ ਆਵਾਜ਼ ਪਈ। ਆਵਾਜ਼ ਸੁਣ ਕੇ ਤੇ ਮਾਤਾ ਤ੍ਰਿਪਤਾ ਜੀ ਉੱਠ ਕੇ ਜਦੋਂ ਬਾਹਰ ਨਿਕਲੇ, ਕੀ ਦੇਖਦੇ ਨੇ ਕਿ ਕਮਰੇ ਦੇ ਵਿੱਚ ਨਾ ਇੱਕ ਲਾਈਟ ਜਗਦੀ ਪਈ ਹੈ। ਲਾਈਟ ਮੈਂ ਵਰਡ ਯੂਜ਼ ਕੀਤਾ, ਵੈਸੇ ਦੀਵਾ। ਉਹਨਾਂ ਸਮੇਂ 'ਚ ਲਾਈਟ ਨਹੀਂ ਸੀ, ਦੀਵੇ, ਲੈਂਪ ਜਗਦਾ ਪਿਆ ਸੀ ਕੋਈ। ਤੇ ਮਾਤਾ ਜੀ ਉੱਧਰ ਗਏ, ਤੇ ਗੁਰੂ ਨਾਨਕ ਸਾਹਿਬ ਦਾ ਕਮਰਾ ਸੀ ਜੀ। ਤੇ ਜਦੋਂ ਉੱਥੇ ਗਏ ਤੇ ਦੇਖਿਆ ਲਾਈਟ ਜਗਦੀ ਪਈ ਹੈ, ਤੇ ਬਾਬਾ ਨਾਨਕ, ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ ਸਮਾਧੀ ਦੇ ਵਿੱਚ, ਤੇ ਤੂੰ ਦੀ ਆਵਾਜ਼। ਤੇ ਮਾਤਾ ਤ੍ਰਿਪਤਾ ਜੀ ਨੇ ਆਵਾਜ਼ ਮਾਰੀ, ਨਾਨਕਾ ਸੁੱਤਾ ਨਹੀਂ? ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਮਾਂ ਬਾਹਰ ਪਪੀਹਾ ਕਹਿੰਦੇ ਨੇ, ਰੇਨ ਬਰਡ ਜੀ, ਕਹਿੰਦੇ ਪਪੀਹਾ ਬੋਲਦਾ ਪਿਆ, ਉਹ ਤੂੰ ਕਰਦਾ ਪਿਆ, ਆਪਣੇ ਪ੍ਰਿਓ ਨੂੰ, ਆਪਣੇ ਪਤੀ ਨੂੰ ਪੁਕਾਰਦਾ ਪਿਆ ਹੈ। ਤੇ ਜੇ ਉਹ ਪੁਕਾਰ ਰਿਹਾ ਹੈ, ਉਹਦੀ ਪਿਆਸ ਨਹੀਂ ਬੁਝੀ, ਤੇ ਮੈਂ ਕਿਉਂ ਗਾਫਲ ਹੋ ਕੇ ਸੌਂ ਜਾਵਾਂ? ਮੇਰਾ ਵੀ ਕੰਮ, ਫਰਜ਼ ਬਣਦਾ ਕਿ ਮੈਂ ਉਹਨੂੰ ਪੁਕਾਰਾਂ। ਪੁਕਾਰਦੇ ਪਏ ਨੇ ਸਾਧ ਸੰਗਤ। ਤੇ ਇੱਥੇ ਅੱਜ ਤਲਵੰਡੀ ਦੇ ਵਿੱਚ ਹੀ ਨਾ, ਬਾਹਰ ਕਿਤੇ ਇੱਕ ਦਰਖਤ ਦੇ ਥੱਲੇ ਬੈਠੇ ਹੋਏ ਨੇ ਗੁਰੂ ਨਾਨਕ ਸਾਹਿਬ, ਤੇ ਕੰਨਾਂ ਦੇ ਵਿੱਚ ਨਾ ਆਵਾਜ਼ ਪਈ ਜੀ, ਕੋਈ ਇੰਸਟਰੂਮੈਂਟ ਵਜਾ ਰਿਹਾ ਹੈ ਬੜਾ ਪਿਆਰਾ, ਬੜੀ ਆਵਾਜ਼ ਪਿਆਰੀ, ਬੜੇ ਲੈਅ ਦੇ ਵਿੱਚ, ਬੜੀ ਰਿਦਮ ਦੇ ਵਿੱਚ ਉਹ ਵਜਾਉਂਦਾ ਪਿਆ ਹੈ। ਤੇ ਗੁਰੂ ਨਾਨਕ ਸਾਹਿਬ ਜਿੱਧਰੋਂ ਆਵਾਜ਼ ਆਉਂਦੀ ਪਈ ਸੀ ਨਾ, ਉੱਠ ਕੇ ਉਸ ਸਾਈਡ ਤੇ ਗਏ। ਕੀ ਦੇਖਦੇ ਨੇ ਕਿ ਇੱਕ ਸ਼ਖਸ ਹੱਥ ਦੇ ਵਿੱਚ ਰਬਾਬ ਪਕੜੀ ਹੋਈ ਹੈ, ਤੇ ਬੜੇ ਪਿਆਰ ਦੇ ਨਾਲ ਵਜਾਉਂਦਾ ਪਿਆ ਹੈ। ਤੇ ਗੁਰੂ ਨਾਨਕ ਸਾਹਿਬ ਜਾਣਦੇ ਨੇ ਉਹਨੂੰ, ਉਹਨਾਂ ਦਾ ਨਾਮ ਹੈ ਜੀ ਦਾਨਾ। ਵੈਸੇ ਭਾਈ ਮਰਦਾਨਾ ਆਪਾਂ ਕਹਿੰਦੇ ਨੇ, ਭਾਈ ਮਰਦਾਨਾ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਨੇ ਨਾਂ ਰੱਖਿਆ, ਪਹਿਲਾਂ ਉਹਨਾਂ ਦਾ ਨਾਮ ਦਾਨਾ ਹੀ ਸੀ। ਤੇ ਗੁਰੂ ਨਾਨਕ ਸਾਹਿਬ ਨੇ ਪੁੱਛਿਆ, ਦਾਨਿਆ ਬੜੀ ਭਲੀ ਰਬਾਬ ਵਜਾਉਣਾ? ਭਾਈ ਗੁਰਦਾਸ ਨੇ ਜ਼ਿਕਰ ਕੀਤਾ ਜੀ, ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮੀਰਾਸੀ। ਕਹਿੰਦੇ ਮਰਦਾਨਾ ਬੜੀ ਪਿਆਰੀ, ਦਾਨਿਆ ਬੜੀ ਪਿਆਰੀ ਆਵਾਜ਼, ਰਬਾਬ ਵਜਾਨਾ ਹੈ। ਤੇ ਕਹਿੰਦਾ ਬਾਬਾ ਜੀ ਸਾਡਾ ਕੰਮ ਹੀ ਇਹ ਹੈ, ਅਸੀਂ ਜਿਹੜੇ ਜਿਸ ਘਰ ਦੇ ਵਿੱਚ ਕੋਈ ਵਿਆਹ ਹੋਇਆ ਹੋਵੇ, ਕਿਸੇ ਘਰ ਦੇ ਵਿੱਚ ਕੋਈ ਬੱਚਾ, ਖਾਸ ਕਰ ਲੜਕਾ ਪੈਦਾ ਹੋਇਆ ਹੋਵੇ, ਮੁੰਡਾ ਪੈਦਾ ਹੋਇਆ ਹੋਵੇ, ਉਹਨਾਂ ਦੇ ਘਰ ਦੇ ਵਿੱਚ ਜਾ ਕੇ ਅਸੀਂ ਗੀਤ ਗਾਉਂਦੇ ਹਾਂ। ਤੇ
ਉਹ ਖੁਸ਼ੀ ਦੇ ਵਿੱਚ ਸਾਨੂੰ ਕੁਝ ਦਿੰਦੇ ਨੇ, ਪੈਸੇ, 4 ਪੈਸੇ ਮਿਲਦੇ ਨੇ, ਉਹਦੇ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਕਿਹਾ, ਕਹਿੰਦੇ ਦਾਨਿਆ, ਤੂੰ ਗੀਤ ਗਾਉਣਾ ਹੈ ਤੇ ਤੈਨੂੰ 4 ਪੈਸੇ ਮਿਲਦੇ ਨੇ, ਪਰ ਜੇਕਰ ਤੂੰ ਸਾਡੇ ਨਾਲ ਮਿਲ ਕੇ ਉਸ ਮਾਲਕ ਦੀ ਉਸਤਤ ਕਰੇ ਤੇ ਤੈਨੂੰ ਕਿਸੇ ਦੇ ਅੱਗੇ ਹੱਥ ਫੈਲਾਉਣ ਦੀ ਲੋੜ ਨਾ ਪਏ। ਕਹਿੰਦੇ ਬਾਬਾ ਮੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਬਾਬਾ ਨਾਨਕ ਕਹਿੰਦਾ, ਜੇ ਤੂੰ ਉਹਦਾ ਲੜ ਪਕੜ ਲਏ, ਤੈਨੂੰ ਇਹ ਸਮਝ ਪੈ ਜਾਏਗੀ ਕਿ ਜਿਸ ਨੇ ਪੈਦਾ ਕੀਤਾ ਚਿੰਤਾ ਉਸ ਨੂੰ ਹੈ, ਤੈਨੂੰ ਚਿੰਤਾ ਕਰਨ ਦੀ ਲੋੜ ਕੋਈ ਨਹੀਂ ਰਹਿਣੀ, ਤੇਰੇ ਘਰ ਦੇ ਵਿੱਚ ਕਮੀ ਕੋਈ ਨਹੀਂ ਰਹੇਗੀ। ਲੋਕਾਂ ਦੀ ਉਸਤਤ ਕਰਨ ਦੀ ਬਜਾਏ ਉਸ ਮਾਲਕ ਦੀ ਉਸਤਤ ਕਰਨੀ ਸ਼ੁਰੂ ਕਰ। ਇਸ ਜ਼ੁਬਾਨ ਤੋਂ ਉਸ ਮਾਲਕ ਦੇ ਗੁਣ ਗਾਉਣੇ ਸ਼ੁਰੂ ਕਰ। ਗੁਰੂ ਨਾਨਕ ਸਾਹਿਬ ਕਹਿੰਦੇ ਮੂੰਹੋਂ ਕੀ ਬੋਲਾਂ ਮੈਂ ਇਸ ਜ਼ੁਬਾਨ ਤੋਂ? ਕਿ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਣ ਕੇ ਮੈਂ ਖੜਾ ਹੁੰਨਾ ਤੇ ਮੈਂ ਬੜੇ ਵਧੀਆ ਵਧੀਆ ਲਫ਼ਜ਼ ਬੋਲਾਂ ਗੁਰੂ ਸਾਹਿਬ ਵਾਸਤੇ। ਜਦੋਂ ਮੈਂ ਅਰਦਾਸ ਕਰਦਾ ਪਿਆ ਆਪਣੇ ਲਈ, ਮਾਲਕ ਜੀ ਮੈਨੂੰ ਆ ਵੀ ਚਾਹੀਦਾ, ਮੇਰੇ ਜੀਵਨ 'ਚ ਆ ਵੀ ਦੁੱਖ ਆ ਗਿਆ, ਕਿਰਪਾ ਕਰਕੇ ਇਹਨਾਂ ਦੁੱਖਾਂ ਨੂੰ, ਕਿ ਉਹ ਲਫ਼ਜ਼ ਗੁਰੂ ਨੂੰ ਸੁਣਾਉਣੇ ਨੇ ਅਸੀਂ? ਕਿ ਗੁਰੂ ਉਹ ਲਫ਼ਜ਼ ਸੁਣਨਾ ਚਾਹੁੰਦਾ ਹੈ? ਨਹੀਂ, ਉਹ ਤਾਂ ਸਾਡੀਆਂ ਅਰਦਾਸਾਂ ਨੇ, ਉਹ ਤਾਂ ਆਪਣੇ ਦਿਲ ਨੂੰ ਅਸੀਂ ਧਰਵਾਸ ਦਿੰਦੇ ਪਏ ਹਾਂ। ਵੈਸੇ ਗੁਰੂ ਸਾਹਿਬ ਕਹਿੰਦੇ ਵਿਣ ਬੋਲਿਆ ਸਭ ਕੁਛ ਜਾਣਦਾ। ਉਹ ਜਾਣਦਾ ਹੈ, ਉਹ ਆਪਣੇ ਆਪ ਨੂੰ ਸੈਟਿਸਫਾਈ ਕਰਨ ਵਾਸਤੇ ਕਹਿੰਦੇ ਨੇ ਨਾ, ਦੁੱਖ ਦੱਸਿਆਂ ਘਟਦਾ ਹੈ ਨਾ ਜੀ, ਦੁੱਖ ਦੱਸਿਆਂ ਘਟਦਾ ਤੇ ਸੁੱਖ ਸ਼ੇਅਰ ਕੀਤਿਆਂ ਵੱਧਦਾ ਹੈ। ਪਰ ਅੱਜ ਦਾ ਸਮਾਂ ਬੜਾ ਕੀ ਕਹਿੰਦੇ ਨੈਰੋ ਮਾਈਂਡਡ ਆਪਾਂ ਹੋ ਗਏ ਆ ਨਾ ਜੀ। ਦੁੱਖ ਤੇ ਚਲੋ ਕਿਸੇ ਨੂੰ ਕੀ ਦੱਸਣਾ, ਜਦੋਂ ਸੁੱਖ ਹੁੰਦਾ ਹੈ ਨਾ ਉਦੋਂ ਆਪਾਂ ਉਹ ਵੀ ਲੁਕਾਉਂਦੇ ਆ। ਵੈਸੇ ਹਾਲਾਤ ਹੀ ਇਦਾਂ ਦੇ ਹੋਏ ਪਏ ਨੇ ਨਾ ਜੀ। ਕੋਈ ਸਮਾਂ ਸੀ ਜਦੋਂ ਕੋਈ ਖੁਸ਼ੀ ਹੋਣੀ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ, ਆਪਣੇ ਆਂਢੀਆਂ ਗਵਾਂਢੀਆਂ ਦੇ ਨੇਬਰਸ ਦੇ ਨਾਲ ਸਾਂਝਾ ਕਰਨਾ, ਤੇ ਅੱਜ ਬੰਦੇ ਨੂੰ ਨਾ ਉਹ ਪਰਿਵਾਰ ਦੇ ਨਾਲ ਤੇ ਚਲੋ ਛੱਡੋ, ਆਪਣੇ ਨੇਬਰਸ ਦੇ ਨਾਲ ਗੱਲ ਸਾਂਝੀ, ਖੁਸ਼ੀ ਸਾਂਝੀ ਕਰਨ ਲੱਗਿਆਂ ਵੀ ਡਰ ਲੱਗਦਾ ਕਿ ਕਿਤੇ ਬੰਦਾ ਸਾੜੀ ਨਾ ਜਾਏ। ਫਰਕ ਪੈ ਗਿਆ ਜੀ, ਕਿਤੇ ਸਾੜੀ ਨਾ ਜਾਏ, ਜਿਹੜੀ ਮੇਰੇ ਜੀਵਨ 'ਚ ਖੁਸ਼ੀ ਆਈ ਹੈ ਕਿਤੇ ਇਹ ਬਰਦਾਸ਼ਤ ਨਾ ਕਰ ਪਾਏ, ਨਜ਼ਰ ਹੀ ਨਾ ਲਾਦਾ ਕਿਤੇ। ਇਸ ਕਰਕੇ ਬੰਦਾ ਦੱਸਣਾ ਵੀ ਨਹੀਂ ਚਾਹੁੰਦਾ ਜੀ, ਖੁਸ਼ੀ ਨੂੰ ਵੀ ਨਹੀਂ ਸਾਂਝਾ ਕਰਨਾ ਚਾਹੁੰਦਾ। ਪਰ ਸਿਆਣੇ ਕਹਿੰਦੇ ਨੇ ਜੀ, ਕਹਿੰਦੇ ਦੁੱਖ ਦੱਸਿਆਂ ਘਟਦਾ ਹੈ ਤੇ ਸੁੱਖ ਸ਼ੇਅਰ ਕੀਤਿਆਂ ਵੱਧਦਾ ਹੈ। ਤੇ ਜਦੋਂ ਆਪਾਂ ਆਣ ਕੇ ਹਜ਼ੂਰੀ 'ਚ ਅਰਦਾਸ ਕਰਦੇ ਹਾਂ ਨਾ, ਤੇ ਇਹਦੇ ਨਾਲ ਕੀ ਹੁੰਦਾ ਹੈ, ਸਾਨੂੰ ਇਵੇਂ ਫੀਲ ਹੁੰਦਾ ਹੈ ਕਿ ਮੈਂ ਆਪਣੀ ਗੱਲ ਗੁਰੂ ਨੂੰ ਕਹਿ ਦਿੱਤੀ ਹੈ, ਮੈਂ ਸੁਣਾ ਦਿੱਤੀ ਹੈ, ਥੋੜ੍ਹਾ ਜਿਹਾ ਲਾਈਟ ਮਹਿਸੂਸ ਕਰਦੇ ਹਾਂ। ਪਰ ਵੈਸੇ ਇਹ ਬਿਨਾਂ ਬੋਲਿਆਂ ਜਾਣਦਾ। ਤੇ ਸਤਿਗੁਰੂ ਜੀ ਕਹਿੰਦੇ ਫਿਰ ਕੀ ਬੋਲੇ ਤੂੰ ਕਿ ਉਹ ਸੁਣ ਕੇ ਤੇਰੇ ਨਾਲ ਪਿਆਰ ਕਰੇ। ਬਾਬਾ ਕਬੀਰ ਜੀ ਨੇ ਵੀ ਗੱਲ ਸਮਝਾਈ, ਕਹਿੰਦੇ ਪਤਾ ਕੀ ਬੋਲਣਾ ਹੈ? ਆ ਬਚਨ ਪੜ੍ਹ ਕੇ ਦੇਖੋ ਭਗਤ ਕਬੀਰ ਜੀ ਦਾ, ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ? ਕੀ ਬੋਲਾਂ? ਕਹਿੰਦੇ ਮੈਂ ਜੈਸੇ ਰਾਮ ਨਾਮ ਰੱਬ ਰਹੀ ਹੈ। ਕਹਿੰਦੇ ਉਹ ਬੋਲ ਆਪਣੀ ਜ਼ੁਬਾਨ ਤੋਂ ਜਿਨ੍ਹਾਂ ਬੋਲਾਂ ਦੇ ਨਾਲ ਤੇਰਾ ਅੰਦਰ ਜਿਹੜਾ ਹੈ ਉਸ ਮਾਲਕ ਦੇ ਨਾਲ ਜੁੜ ਸਕੇ। ਤੇ ਯਾਦ ਰੱਖਿਓ, ਰੱਬ ਦਾ ਪਿਆਰਾ ਮਿਲੇ ਉਹਦੇ ਨਾਲ ਵਿਚਾਰਾਂ ਦੀ ਸਾਂਝ ਕਰਨੀ ਹੈ। ਕੋਈ ਮੂਰਖ ਮਿਲ ਜਾਏ ਨਾ, ਕਬੀਰ ਸਾਹਿਬ ਕਹਿੰਦੇ ਉਹਦੇ ਲਾਗੇ ਤਾਂ ਚੁੱਪ ਹੀ ਕਰ ਜਾਓ, ਕਿਉਂਕਿ ਉਹ ਆਪ ਟੁੱਟਾ ਹੋਇਆ ਹੈ, ਆਪ ਮੂਰਖ ਹੈ। ਉਸ ਮੂਰਖ ਦੇ ਲਫ਼ਜ਼ ਸੁਣ ਕੇ ਐਸਾ ਨਾ ਹੋਵੇ ਕਿ ਤੁਹਾਡੇ ਅੰਦਰ ਵੀ ਉਹਦੇ ਵਰਗਾ ਕੋਈ ਗੁਣ ਹੀ ਪੈਦਾ ਹੋ ਜਾਏ। ਉਹਦੇ ਲਾਗੇ ਕਹਿੰਦੇ ਚੁੱਪ ਕਰਕੇ ਹੌਲੀ ਜਿਹੀ ਨਿਕਲ ਜਾਓ। ਪਰ ਜੇ ਰੱਬ ਦਾ ਪਿਆਰਾ ਕੋਈ ਮਿਲੇ, ਉਹਦੇ ਨਾਲ ਰੱਬ ਦੀਆਂ ਗੱਲਾਂ ਜ਼ਰੂਰ ਕਰੋ। ਇਹ ਬੋਲਣਾ ਹੈ। ਤੇ ਜਿਵੇਂ ਜਿਵੇਂ ਇਸ ਜ਼ੁਬਾਨ ਤੋਂ ਬੋਲਿਆ ਜਾਏਗਾ, ਜਿਵੇਂ ਜਿਵੇਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਸਾਧ ਸੰਗਤ, ਤਿਵੇਂ ਤਿਵੇਂ ਕੀ ਹੋਏਗਾ, ਉਹ ਮਾਲਕ ਸਾਨੂੰ ਪਿਆਰ ਕਰਨਾ ਸ਼ੁਰੂ ਕਰ ਦੇਵੇਗਾ। ਜਿਵੇਂ ਸਾਡੀ ਜ਼ੁਬਾਨ ਤੋਂ ਉਸ ਮਾਲਕ ਦੀ ਉਸਤਤ, ਉਸ ਮਾਲਕ ਦੀ ਵਡਿਆਈ ਨਿਕਲੇਗੀ, ਉਹ ਮਾਲਕ ਸਾਨੂੰ ਪਿਆਰ ਕਰਨਾ ਸ਼ੁਰੂ ਕਰ ਦੇਵੇਗਾ। ਤੁਸੀਂ ਕਿਸੇ ਦੇ ਲਈ 2 ਲਫ਼ਜ਼ ਮਿੱਠੇ ਬੋਲ ਦਿਓ, ਉਹ ਇਨਸਾਨ ਤੁਹਾਡੇ ਕੋਲ ਆਣ ਕੇ ਬੈਠਣਾ ਪਸੰਦ ਕਰੇਗਾ। ਤੇ ਜੇਕਰ ਇੱਕ ਇਨਸਾਨ ਤੁਹਾਡੇ ਕੋਲ ਤੁਹਾਡੇ ਨਾਲ ਸੰਬੰਧ ਬਣਾ ਲਏਗਾ, ਤੁਹਾਡੇ ਨਾਲ ਉਹਦੀ ਦੋਸਤੀ ਪੈ ਜਾਏਗੀ, ਤੇ ਜੇਕਰ ਉਸ ਮਾਲਕ ਦੀ ਉਸਤਤ ਕੀਤੀ ਜਾਵੇ ਸਾਧ ਸੰਗਤ, ਫਿਰ ਉਹ ਮਾਲਕ ਸਾਨੂੰ ਪਿਆਰ ਕਰੇਗਾ। ਹੋ ਸਕਦਾ ਹੈ ਕਿ ਜਿਹਦੇ ਲਈ ਮੈਂ ਅੱਜ ਮਿੱਠੇ ਬੋਲ ਬੋਲੇ ਉਹ ਮੇਰਾ ਦੋਸਤ ਬਣ ਗਿਆ, ਕੱਲ ਨੂੰ ਜੇਕਰ ਕਿਤੇ ਮੇਰੀ ਜ਼ੁਬਾਨ ਤੋਂ ਇੱਕ ਕੌੜਾ ਲਫ਼ਜ਼ ਨਿਕਲ ਗਿਆ, ਉਹ ਦੋਸਤੀ ਤੋੜ ਦੇਗਾ। ਪਰ ਇਸ ਮਾਲਕ ਦੇ ਨਾਲ ਜੇਕਰ ਪਿਆਰ ਪੈ ਗਿਆ ਨਾ ਸਾਧ ਸੰਗਤ, ਫਿਰ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਜ਼ੁਬਾਨ ਤੋਂ ਕੋਈ ਕੌੜਾ ਲਫ਼ਜ਼ ਨਿਕਲ ਆਏ। ਹਮੇਸ਼ਾ ਮਿੱਠਾ ਹੀ ਲਫ਼ਜ਼ ਨਿਕਲੇਗਾ, ਮਿੱਠੀ ਹੀ ਜ਼ੁਬਾਨ ਹੋ ਜਾਏਗੀ ਉਸ ਇਨਸਾਨ ਦੀ ਜਿਸ ਨੇ ਇਸ ਜ਼ੁਬਾਨ ਦੇ ਰਾਹੀਂ ਉਸ ਮਾਲਕ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ
ਕਹਿੰਦੇ ਮਾਲਕ ਨੇ ਬੜੀ ਕਿਰਪਾ ਕੀਤੀ ਆ, ਇਹ ਸਰੀਰ ਦਿੱਤਾ ਹੈ, ਇਸ ਸਰੀਰ ਨੂੰ ਆ ਜਿਹੜੇ ਹੱਥ ਪੈਰ ਲਗਾਏ ਨੇ ਨਾ ਮਾਲਕ ਨੇ, ਇਹ ਕਿਸੇ ਪਰਪਸ ਵਾਸਤੇ ਹੀ ਲਗਾਏ ਨੇ, ਇਹ ਕਿਸੇ ਪਰਪਸ ਵਾਸਤੇ ਹੀ ਪ੍ਰਮਾਤਮਾ ਨੇ ਲਗਾਏ ਹੋਏ ਨੇ। ਹਸਤ ਕਮਾਵਨ ਬਾਸਨ ਰਸਨਾ, ਸਤਿਗੁਰੂ ਜੀ ਕਹਿੰਦੇ ਹੱਥ ਇਸ ਕਰਕੇ ਲਗਾਏ ਨੇ ਤਾਂ ਕਿ ਮੈਂ ਕੰਮ ਕਰ ਸਕਾਂ। ਤੇ ਬਾਸਣ ਦਾ ਮਤਲਬ ਹੁੰਦਾ ਸੁਗੰਧੀ, ਨੱਕ ਇਸ ਕਰਕੇ ਲਗਾਇਆ ਤਾਂ ਕਿ ਮੈਨੂੰ ਚੰਗੀ ਤੇ ਮਾੜੀ ਖੁਸ਼ਬੂ ਦੀ ਪਰਖ ਹੋ ਸਕੇ। ਤੇ ਜਿਹੜੀ ਰਸਨਾ ਜਿਹੜੀ ਜ਼ੁਬਾਨ ਪ੍ਰਮਾਤਮਾ ਨੇ ਦਿੱਤੀ ਹੈ ਨਾ, ਜਿੱਥੇ ਇਹ ਜ਼ੁਬਾਨ ਦਾ ਕੰਮ ਭੋਜਨ ਖਾਣਾ ਹੈ, ਖੁਰਾਕ ਖਾਣੀ ਹੈ, ਉੱਥੇ ਨਾਲ ਇਹਦਾ ਕੰਮ ਇਹ ਵੀ ਹੈ ਕਿ ਮੈਂ ਬੋਲ ਕੇ ਇੱਕ ਦੂਜੇ ਤੱਕ ਆਪਣੀ ਗੱਲ ਨੂੰ ਪਹੁੰਚਾ ਸਕਾਂ। ਇਹਦੇ ਨਾਲ ਮੇਨ ਜਿਹੜਾ ਇਸ ਜ਼ੁਬਾਨ ਦਾ ਕੰਮ ਹੈ, ਸਤਿਗੁਰੂ ਜੀ ਕਹਿੰਦੇ ਉਹ ਇਹ ਹੈ ਕਿ ਉਸ ਮਾਲਕ ਦੇ ਗੁਣ ਗਾਏ ਜਾਣ। ਜਿਹੜਾ ਫਿਰ ਇਸ ਜ਼ੁਬਾਨ ਤੋਂ ਇਸ ਦਾ ਅਸਲੀ ਕੰਮ ਲੈਣਾ ਸ਼ੁਰੂ ਕਰ ਦਿੰਦਾ ਹੈ ਨਾ, ਉਸ ਮਾਲਕ ਦੇ ਗੁਣ ਗਾਉਣਾ ਸ਼ੁਰੂ ਕਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਫਿਰ ਉਹ ਇਨਸਾਨ ਦਾ ਪਿਆਰ ਉਸ ਮਾਲਕ ਦੇ ਨਾਲ ਪੈ ਜਾਂਦਾ ਜੀ। ਇਹ ਜਿਹੜਾ ਕੁਐਸਚਨ ਕੀਤਾ ਨਾ ਇਸ ਪੰਕਤੀ ਦੇ ਵਿੱਚ, ਨਾਲ ਹੀ ਅਗਲੀ ਪੰਕਤੀ 'ਚ ਗੁਰੂ ਸਾਹਿਬ ਨੇ ਇਹਦਾ ਜਵਾਬ ਵੀ ਦੇ ਦਿੱਤਾ। ਕਹਿੰਦੇ ਮੂੰਹੋਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਹਿੰਦੇ ਅੰਮ੍ਰਿਤ ਵੇਲਾ ਹੋਵੇ, ਸਵੇਰ ਦਾ ਸਮਾਂ ਹੋਏ ਤੇ ਉਸ ਮਾਲਕ ਦੀ ਉਸਤਤ ਕੀਤੀ ਜਾਏ। ਤੇ ਜਦੋਂ ਉਸਤਤ ਹੋਏਗੀ, ਜਿਵੇਂ ਉਸਤਤ ਹੋਏਗੀ ਮਾਲਕ ਦੀ, ਸਤਿਗੁਰੂ ਜੀ ਕਹਿੰਦੇ ਫਿਰ ਉਹ ਤੈਨੂੰ ਪਿਆਰ ਕਰਨਾ ਸ਼ੁਰੂ ਕਰ ਦੇਗਾ, ਜਿਵੇਂ ਉਹਦੇ ਤੂੰ ਗੁਣ ਗਾਏਗਾ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਬੋਲੋ ਸੱਚ ਨਾਮ ਕਰਤਾਰ, ਉਸ ਮਾਲਕ ਦਾ ਨਾਮ ਜਪ। ਇਸ ਜ਼ੁਬਾਨ ਦੇ ਰਾਹੀਂ ਜਪਣਾ ਕਿਉਂ ਆ? ਤਾਂ ਕਿ ਤੇਰਾ ਪਿਆਰ ਉਹਦੇ ਨਾਲ ਪੈ ਸਕੇ। ਇਹ ਜ਼ੁਬਾਨ ਇੱਕ ਜ਼ਰੀਆ ਹੈ ਜੀ ਉਸ ਮਾਲਕ ਦਾ ਪਿਆਰ ਹਾਸਲ ਕਰਨ ਵਾਸਤੇ। ਸਤਿਗੁਰੂ ਜੀ ਕਿਰਪਾ ਕਰਨ। ਜੋ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਬਚਨਾਂ ਦੇ ਵਿੱਚ ਸਾਨੂੰ ਸਮਝਾਈ ਹੈ, ਕੀ ਬੋਲਣਾ ਹੈ। ਇੱਕ ਬਾਬਾ ਫਰੀਦ ਜੀ ਦਾ ਬਚਨ ਸਾਂਝਾ ਕਰਕੇ ਨਾ ਸਾਧ ਸੰਗਤ ਮੈਂ ਸਮਾਪਤੀ ਕਰਾਂ। ਬਾਬਾ ਫਰੀਦ ਜੀ ਦੇ ਸਲੋਕ ਬੜੇ ਪਿਆਰੇ ਨੇ। ਹੁਣ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਕੀ ਬੋਲਾਂ ਜਿਹਦੇ ਨਾਲ ਮਾਲਕ ਦੀ ਖੁਸ਼ੀ ਮਿਲੇ, ਤੇ ਬਾਬਾ ਫਰੀਦ ਜੀ ਨੇ ਨਾ ਉੱਥੇ ਇੱਕ ਗੱਲ ਸਾਨੂੰ ਹੋਰ ਸਮਝਾ ਦਿੱਤੀ। ਕਹਿੰਦੇ ਯਾਦ ਰੱਖੀ, ਇਸ ਜ਼ੁਬਾਨ ਦੇ ਨਾਲ ਕਿਸੇ ਦਾ ਦਿਲ ਨਾ ਦੁਖਾ ਦੇਈਂ। ਮੈਂ ਚਾਹੁੰਦਾ ਨਾ ਕਿ ਪ੍ਰਮਾਤਮਾ ਮੈਨੂੰ ਪਿਆਰ ਕਰੇ। ਬਾਬਾ ਫਰੀਦ ਜੀ ਕਹਿੰਦੇ ਉਹ ਪਿਆਰ ਕਰੇਗਾ, ਪਰ ਇੱਕ ਗੱਲ ਆ ਵੀ ਨਾਲ ਨੋਟ ਕਰ ਕਿ ਕਿਸੇ ਦਾ ਦਿਲ ਨਾ ਦੁਖਾਈ। ਕਿਉਂ? ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ। ਮਨ ਨਾ ਜਿਹੜਾ ਹਿਰਦਾ ਜਿਹੜਾ ਨਾ ਬੜਾ ਕੀਮਤੀ ਹੈ। ਬਾਬਾ ਫਰੀਦ ਜੀ ਕਹਿੰਦੇ ਇਸ ਹਿਰਦੇ ਦੇ ਵਿੱਚ ਮਾਲਕ ਵਸਦਾ ਹੈ, ਹਰ ਇੱਕ ਇਨਸਾਨ ਦੇ ਅੰਦਰ ਰੱਬ ਵਸਦਾ ਹੈ। ਤੇ ਖਿਆਲ ਕਰੀ ਜਦੋਂ ਬੋਲੇ ਐਸਾ ਲਫ਼ਜ਼ ਨਾ ਬੋਲੀ ਕਿ ਜਿਸ ਲਫ਼ਜ਼ ਨੂੰ ਸੁਣ ਕੇ ਕਿਸੇ ਦਾ ਹਿਰਦਾ ਦੁੱਖ ਜਾਏ, ਕਿਸੇ ਦਾ ਹਿਰਦਾ ਸੜ ਜਾਏ। ਐਸਾ ਲਫ਼ਜ਼ ਨਾ ਬੋਲੀ। ਜੇ ਤਉ ਪ੍ਰਿਆ ਦੀ ਸਿੱਕ, ਜੇ ਤੈਨੂੰ ਪ੍ਰਿਆ ਪਰਮਾਤਮਾ ਦੀ ਸਿੱਕ ਦਾ ਮਤਲਬ ਪਿਆਸ, ਮਾਲਕ ਨੂੰ ਮਿਲਣ ਦੀ ਪਿਆਸ ਹੈ ਤੇਰੇ ਅੰਦਰ। ਹਿਆਓ ਦਾ ਮਤਲਬ ਹੈ ਹਿਰਦਾ। ਨਾ ਠਾਹੇ ਦਾ ਮਤਲਬ ਹੈ ਦੁਖਾਉਣਾ, ਕਿਸੇ ਨੂੰ ਚੋਟ ਪਹੁੰਚਾਉਣੀ। ਸਤਿਗੁਰੂ ਜੀ ਬਾਬਾ ਫਰੀਦ ਜੀ ਕਹਿੰਦੇ ਹਿਆਓ ਨਾ ਠਾਹੇ ਕਹੀ ਦਾ ਮਤਲਬ ਕਿਸੇ ਦਾ ਵੀ ਕਹਿੰਦੇ ਦਿਲ ਨਾ ਦੁਖਾਈ। ਜ਼ੁਬਾਨ ਨੂੰ ਵਰਤਨ ਦਾ ਢੰਗ ਸਿੱਖ ਲਾ। ਐਸਾ ਲਫ਼ਜ਼ ਬੋਲ ਜਿਹਦੇ ਨਾਲ ਸੁਣ ਕੇ ਹਰ ਇੱਕ ਦਾ ਹਿਰਦਾ ਬਲੌਸਮ ਹੋ ਸਕੇ, ਖਿੜ ਸਕੇ, ਮੁਰਝਾਵੇ ਨਾ, ਕੁਮਲਾ ਨਾ ਜਾਏ, ਖਿੜਨਾ ਚਾਹੀਦਾ ਹੈ। ਤਾਂ ਤੈਨੂੰ ਉਹ ਮਾਲਕ ਪਿਆਰ ਕਰੇਗਾ। ਜਿਵੇਂ ਉਹਦੇ ਗੁਣ ਗਾਉਣੇ ਸਟਾਰਟ ਕਰ ਦੇਂਗਾ, ਇਹ ਗੁਣ ਤੇਰੇ ਜੀਵਨ ਦੇ ਵਿੱਚ ਆ ਜਾਏਗਾ, ਮਿਠਾਸ ਆ ਜਾਏਗੀ ਜੀਵਨ 'ਚ। ਨਾ ਇਸ ਜ਼ੁਬਾਨ ਦੇ ਰਾਹੀਂ ਤੂੰ ਕਿਸੇ ਦਾ ਦਿਲ ਦੁਖਾਏਗਾ। ਜੇ ਕਿਸੇ ਦਾ ਦਿਲ ਨਹੀਂ ਦੁਖਿਆ, ਉਹ ਮਾਲਕ ਤੈਨੂੰ ਪਿਆਰ ਜ਼ਰੂਰ ਕਰੇਗਾ। ਸਤਿਗੁਰੂ ਜੀ ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ, ਬਖਸ਼ਿਸ਼ ਕੀਤਾ ਪਾਵਨ ਬਚਨ ਸਾਡੇ ਹਿਰਦੇ ਵਿੱਚ ਵਸ ਜਾਏ ਜੀ। ਆਪ ਸਰਬੱਤ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।